ਸਿੰਪਲ ਗੇਅਰ ਟ੍ਰੇਨ। ਸਿੰਪਲ ਗੇਅਰ ਟ੍ਰੇਨ ਕੀ ਆ? ਇਹ ਸਿੰਪਲ ਗੇਅਰ ਟ੍ਰੇਨ ਇਜ਼ ਏ ਚੇਂਜ ਗੇਅਰ ਟ੍ਰੇਨ ਹੈਵਿੰਗ ਓਨਲੀ ਵਨ ਡਰਾਈਵਰ ਐਂਡ ਵਨ ਡਰਾਈਵਰ ਵੀਲ। ਜਿਹੜੀ ਸਿੰਪਲ ਗੇਅਰ ਟ੍ਰੇਨ ਆ ਇਹਦੇ ਵਿੱਚ ਕੀ ਹੁੰਦਾ ਆ ਕਿ ਇੱਕ ਹੀ ਇਹਦੇ ਵਿੱਚ ਡਰਾਈਵਰ ਹੁੰਦਾ ਤੇ ਇੱਕ ਹੀ ਜਿਹੜਾ ਆ ਉਹ ਡਰਾਈਵਰ ਹੁੰਦਾ ਆ। ਜਿਵੇਂ ਇੱਥੇ ਤੁਸੀਂ ਦੇਖ ਸਕਦੇ ਆ, ਇਹ ਇੱਕ ਇਹਦਾ ਡਰਾਈਵਰ ਵਾ, ਸੋ ਇਹ ਇੱਕ ਇਹਦਾ ਡਰਾਈਵਰ ਹੈਗਾ ਆ। Between the driver and the driven wheel there may be an idler gear which does not affect the gear ratio। ਇੱਕ ਇਹਨਾਂ ਦੇ ਵਿਚਕਾਰ ਜਿਹੜਾ ਇਹ ਆਈਡਲਰ ਗੇਅਰ ਹੁੰਦਾ ਆ, ਸੋ ਇਹ ਜਿਹੜਾ ਆ ਇਹਦੀ ਰੇਸ਼ੋ ਤੇ ਕੋਈ ਫਰਕ ਨਹੀਂ ਪਾਉਂਦਾ। ਸੋ ਇਹਦਾ ਕੰਮ ਕੀ ਹੈ? ਇਟ ਇਜ਼ ਪਰਪਸ ਇਜ਼ ਜਸਟ ਟੂ ਲਿੰਕ ਦਾ ਡਰਾਈਵਰ ਐਂਡ ਦਾ ਡਰਿਵਨ ਗੀਅਰ ਐਜ਼ ਵੈਲ ਐਜ਼ ਟੂ ਗੈਟ ਦਾ ਡਿਜ਼ਾਇਰਡ ਡਾਇਰੈਕਸ਼ਨ ਟੂ ਦਾ ਡਰਿਵਨ ਵੀਲ। ਇਹਦਾ ਜਿਹੜਾ ਕੰਮ ਆ ਕਿ ਇਹਨੇ ਇੱਕ ਤਾਂ ਇਹ ਦੋਨਾਂ ਗੇਅਰਾਂ ਨੂੰ ਡਰਾਈਵਰ ਤੇ ਡਰਾਈਵਰ ਨੂੰ ਲਿੰਕ ਕਰਨਾ ਆਪਸ ਵਿੱਚ, ਇਹਨੂੰ ਡਰਾਈਵਰ ਨੂੰ ਤੇ ਡਰਾਈਵਰ ਨੂੰ ਆਪਸ ਵਿੱਚ ਜੋੜਨਾ ਆ ਇੱਕ। ਤੇ ਦੂਸਰਾ ਇਹਦਾ ਕੰਮ ਆ ਇਹ ਜਿਹੜੀ ਆ ਇਹਦੀ ਰੋਟੇਸ਼ਨ ਆ, ਉਹ ਜਿਹੜੀ ਗਤੀ ਹੈਗੀ ਆ ਉਹ ਚੇਂਜ ਕਰਨੀ ਆ। ਦੇਖੋ ਇੱਥੇ ਪਹਿਲਾਂ ਇਹ ਇੱਧਰ ਨੂੰ ਚੱਲਦੀ ਪਈ ਆ, ਅਗਰ ਇੱਧਰੋਂ ਅਸੀਂ ਦੇਖੀਏ ਤੇ ਐਂਟੀ ਕਲੋਕਵਾਈਜ਼, ਇੱਥੇ ਆ ਕੇ ਇਹ ਕਲੋਕਵਾਈਜ਼ ਹੋ ਗਈ, ਇੱਥੇ ਫਿਰ ਐਂਟੀ ਕਲੋਕਵਾਈਜ਼। ਸੋ ਇਹਦਾ ਕੰਮ ਆ ਜਿਹੜਾ ਆਈਡਲਰ ਗੇਅਰ ਦਾ ਆ ਕਿ ਇਹਨੇ ਡਾਇਰੈਕਸ਼ਨ ਚੇਂਜ ਕਰਨਾ, ਸਿਰਫ ਇਹਦਾ ਇਹੀ ਕੰਮ ਆ, ਹੋਰ ਕੋਈ ਨਹੀਂ। ਦੂਸਰਾ ਇਹਨੂੰ ਇਹ ਲਿੰਕ ਕਰਦਾ ਆ। ਸੋ ਸਿੰਪਲ ਗੇਅਰ ਟ੍ਰੇਨ ਦੇ ਵਿੱਚ ਕੀ ਆ ਕਿ ਇੱਕੋ ਹੀ ਡਰਾਈਵਰ ਹੋਏਗਾ ਤੇ ਇੱਕੋ ਹੀ ਡਰਾਈਵਰ ਹੋਏਗਾ। ਹੁਣ ਦੂਸਰੀ ਜਿਹੜੀ ਆ ਗੇਅਰ ਟ੍ਰੇਨ ਉਹ ਹੈ ਕੰਪਾਊਂਡ ਗੇਅਰ ਟ੍ਰੇਨ। ਕਈ ਵਾਰੀ ਕੀ ਹੁੰਦਾ, ਸਾਡਾ ਜਿਹੜੀ ਸਿੰਪਲ ਗੇਅਰ ਟ੍ਰੇਨ ਆ ਉਹਦੇ ਨਾਲ ਕੰਮ ਨਹੀਂ ਚੱਲਦਾ, ਉਹਦੇ ਨਾਲ ਜੋ ਅਸੀਂ ਉਹਦੀ ਰੇਸ਼ੋ ਬਣਾਉਣੀ ਆ ਉਹ ਨਹੀਂ ਬਣਦੀ। ਫਿਰ ਕੀ ਕਰਨਾ ਪੈਂਦਾ, ਸਾਨੂੰ ਕੰਪਾਊਂਡ ਗੇਅਰ ਟ੍ਰੇਨ ਯੂਜ਼ ਕਰਨੀ ਪੈਂਦੀ ਆ। ਸਮ ਟਾਈਮ ਫਾਰ ਦਾ ਰਿਕੁਆਇਰਡ ਰੇਸ਼ੋ ਆਫ ਮੋਸ਼ਨ ਬਿਟਵੀਨ ਦਾ ਸਪਿੰਡਲ ਐਂਡ ਦਾ ਲੀਡ ਸਕਰੂ ਇਟ ਇਜ਼ ਨਾਟ ਪੋਸੀਬਲ ਟੂ ਅਬਟੇਨ ਵਨ ਡਰਾਈਵਰ ਐਂਡ ਵਨ ਡਰਾਈਵਨ ਵੀਲ। ਸੋ ਇਹਦੇ ਵਿੱਚ ਕਈ ਵਾਰੀ ਇੱਦਾਂ ਹੋ ਜਾਂਦਾ, ਇੱਕ ਡਰਾਈਵਰ ਤੇ ਇੱਕ ਡਰਾਈਵਨ ਦੇ ਨਾਲ ਅਸੀਂ ਜਿਹੜੀ ਆ ਅਸੀਂ ਉਹ ਰੇਸ਼ੋ ਨਹੀਂ ਪ੍ਰਾਪਤ ਕਰ ਸਕਦੇ। ਸੋ ਫਿਰ ਕੀ ਕਰਦੇ ਆ ਅਸੀਂ, the ratio is spelled up and then ਕੰਪਾਊਂਡ ਗੇਅਰ ਟ੍ਰੇਨ। ਕੰਪਾਊਂਡ ਗੇਅਰ ਟ੍ਰੇਨ ਕੀ ਆ, ਕਈ ਵਾਰੀ ਕੀ ਹੁੰਦਾ ਜਿਹੜੀ ਸਿੰਪਲ ਗੇਅਰ ਟ੍ਰੇਨ ਦੇ ਨਾਲ ਵਾ ਉਹ ਸਾਡੀ ਜੋ ਅਸੀਂ ਰੇਸ਼ੋ ਪ੍ਰਾਪਤ ਕਰਨੀ ਆ ਉਹ ਸਾਡੀ ਨਹੀਂ ਹੁੰਦੀ, ਉਹ ਸਾਡੀ ਸਿੰਪਲ ਗੇਅਰ ਟ੍ਰੇਨ ਨਾਲ ਨਹੀਂ ਹੁੰਦੀ। ਤਾਂ ਫਿਰ ਕੀ ਅਸੀਂ ਕਰੀਦਾ, ਕੰਪਾਊਂਡ ਗੇਅਰ ਟ੍ਰੇਨ ਬਣਾਈ ਦੀ ਆ। ਕੰਪਾਊਂਡ ਗੇਅਰ ਟ੍ਰੇਨ ਸਮ ਟਾਈਮ ਫਾਰ ਦਾ ਰਿਕੁਆਇਰਡ ਰੇਸ਼ੋ ਆਫ ਮੋਸ਼ਨ ਬਿਟਵੀਨ ਦਾ ਸਪਿੰਡਲ ਐਂਡ ਦਾ ਲੀਡ ਸਕਰੂ ਇਟ ਇਜ਼ ਨਾਟ ਪੋਸੀਬਲ ਟੂ ਅਬਟੇਨ ਵਨ ਡਰਾਈਵਰ ਐਂਡ ਵਨ ਡਰਾਈਵਨ ਵੀਲ। ਇਹ ਨਹੀਂ, ਜਿਹੜਾ ਸਿੰਪਲ ਗੇਅਰ ਟ੍ਰੇਨ ਦੇ ਵਿੱਚ ਹੁੰਦਾ ਆ ਇੱਕ ਡਰਾਈਵਰ ਤੇ ਇੱਕ ਡਰਾਈਵਨ, ਉਹਦੇ ਨਾਲ ਸੰਭਵ ਨਹੀਂ ਹੁੰਦਾ ਕਿ ਜਿਹੜੀ ਸਾਡੀ ਆ ਉਹ ਰੇਸ਼ੋ ਅਸੀਂ ਜਿਹੜੀ ਪ੍ਰਾਪਤ ਕਰਨੀ ਚਾਹੁੰਦੇ ਉਹ ਪ੍ਰਾਪਤ ਕਰ ਲਈਏ। ਸੋ ਫਿਰ ਅਸੀਂ ਕੀ ਕਰਦੇ ਆ, ਦਾ ਰੇਸ਼ੋ ਇਜ਼ split up and then the change gears are obtained from the available set of gears will be result in having more than one driver and one driven wheel। ਸੋ ਕੀ ਕਰਦੇ ਆ, ਜਿਹੜੀ ਸਾਨੂੰ ਦਿੱਤੀ ਹੋਈ ਆ ਰੇਸ਼ੋ ਜੋ ਅਸੀਂ ਪ੍ਰਾਪਤ ਕਰਨੀ ਆ ਉਹਨੂੰ ਕੀ ਕਰਦੇ ਆ, ਅਸੀਂ ਉਹਨੂੰ ਸਪਲਿਟ ਕਰ ਦਿੰਦੇ ਆ। ਸਪਲਿਟ ਕਰ ਦਿੰਦੇ, ਦੋ ਹਿੱਸਿਆਂ 'ਚ ਡਿਵਾਈਡ ਕਰ ਦਿੰਦੇ, ਵੰਡ ਦਿੰਦੇ ਆ। ਸੋ ਉਹਦੇ ਨਾਲ ਕੀ ਆ, ਸਾਨੂੰ ਜਿਹੜੀ ਆ ਉਹ ਦਿੱਤੀ ਹੋਈ ਰੇਸ਼ੋ ਜਿਹੜੀ ਆ ਉਹ ਅਸੀਂ ਉਹ ਤੋਂ ਗੇਅਰ ਟ੍ਰੇਨ ਜਿਹੜੀ ਆ ਉਹ ਸਪਲਿਟ ਕਰਕੇ ਕੱਢ ਲੈਂਦੇ ਆ। ਫਿਰ ਉਹਦੇ ਵਿੱਚ ਸਾਡੇ ਕੋਲ ਇੱਕ ਤੋਂ ਜ਼ਿਆਦਾ ਡਰਾਈਵਰ ਤੇ ਡਰਾਈਵਨ ਜਿਹੜੇ ਆ ਉਹ ਸਾਡੇ ਕੋਲ ਆ ਜਾਂਦੇ ਆ। ਸੱਚ ਇਹ ਚੇਂਜ ਗੇਅਰ ਟ੍ਰੇਨ ਇਜ਼ ਕਾਲਡ ਏ ਕੰਪਾਊਂਡ ਗੇਅਰ ਟ੍ਰੇਨ। ਸੋ ਇਹੋ ਜਿਹੀ ਜਿਹੜੀ ਗੇਅਰ ਟ੍ਰੇਨ ਆ ਉਹਨੂੰ ਅਸੀਂ ਕੰਪਾਊਂਡ ਗੇਅਰ ਟ੍ਰੇਨ ਕਹਿੰਦੇ ਆ। ਸੋ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਆ, ਇਹ ਫਸਟ ਡਰਾਈਵਰ ਲੱਗਾ ਹੋਇਆ ਆ, ਇਹ ਜਿਹੜਾ ਆ ਇਹਦੇ ਨਾਲ ਲੱਗੂਗਾ ਕਿਉਂਕਿ ਪਹਿਲਾ ਡਰਾਈਵਰ ਹੁੰਦਾ ਜਿਹੜਾ ਉਹਦੇ ਨਾਲ ਲੱਗਾ, ਇਹ ਡਰਾਈਵਨ ਲੱਗਾ ਆ। ਫਿਰ ਇਸੇ ਹੀ ਸਪਿੰਡਲ ਦੇ ਉੱਪਰ ਹੀ ਆ ਜਿਹੜਾ ਜਿੱਥੇ ਆ ਫਸਟ ਡਰਾਈਵਰ ਲੱਗਾ ਆ, ਉਸ ਸਪਿੰਡਲ ਦੇ ਉੱਪਰ ਹੀ ਜਿਹੜੀ ਆ ਸਾਡਾ ਦੂਸਰਾ ਗੇਅਰ ਲੱਗਿਆ। ਫਿਰ ਇਸ ਕਰਕੇ ਇਹ ਡਰਾਈਵਰ ਗੇਅਰ ਬਣ ਜਾਣਾ। ਫਿਰ ਇਹ ਡਰਾਈਵਰ ਫੇਰ ਬਣ ਗਿਆ, ਇਹ ਡਰਾਈਵਨ ਫੇਰ ਬਣ ਗਿਆ। ਸੋ ਇਸ ਹਾਲਤ ਦੇ ਵਿੱਚ ਇੱਥੇ ਕੀ ਹੋਇਆ, ਹੁਣ ਜਿਹੜੇ ਹੈਗੇ ਆ ਦੋ ਡਰਾਈਵਰ ਹੋ ਗਏ, ਦੋ ਡਰਾਈਵਨ ਹੋ ਗਏ। ਇੱਕ ਡਰਾਈਵਰ ਇਹ ਹੋ ਗਿਆ ਤੇ ਇੱਕ ਡਰਾਈਵਰ ਇਹ ਹੋ ਗਿਆ। ਸੋ ਇਹਦੇ ਨਾਲ ਪਹਿਲੇ ਡਰਾਈਵਰ ਦੇ ਨਾਲ ਇਹ ਡਰਾਈਵਨ ਪਹਿਲਾ ਹੋ ਗਿਆ, ਸੋ ਦੂਸਰੇ ਡਰਾਈਵਰ ਦੇ ਨਾਲ ਆ ਦੂਸਰਾ ਡਰਾਈਵਰ ਹੋ ਗਿਆ। ਸੋ ਕਹਿਣ ਦਾ ਭਾਵ ਇੱਥੇ ਹੁਣ ਦੋ ਡਰਾਈਵਰ ਹੋ ਗਏ ਸਾਡੇ ਕੋਲ, ਦੋ ਜਿਹੜੇ ਹੋ ਗਏ ਉਹ ਡਰਾਈਵਰ ਹੋ ਗਏ। ਇਹ ਹੈ ਕੰਪਾਊਂਡ ਗੇਅਰ ਟ੍ਰੇਨ। ਦੋ ਤੋਂ ਜ਼ਿਆਦਾ ਵੀ ਹੋ ਸਕਦੇ ਆ, ਪਰ ਲੇਥ ਮਸ਼ੀਨ ਦੇ ਉੱਪਰ ਜਾਂ ਆਮ ਅਸੀਂ ਦੋ ਜਿਹੜੇ ਆ ਦੋ ਡਰਾਈਵਰ ਦਾ ਦੋ ਡਰਾਈਵਰ ਚੱਲਦੇ, ਕਿਉਂਕਿ ਸਾਡੇ ਕੋਲ ਇਹ ਤੇ ਨਾਰਟਨ ਗੇਅਰ ਬਾਕਸ ਹੁੰਦਾ, ਉਹਦੇ ਵਿੱਚ ਬੜੀ ਸਾਰੀਆਂ ਗਰਾਰੀਆਂ ਹੁੰਦੀਆਂ ਆ, ਬਹੁਤ ਸਾਰੇ ਗੇਅਰ ਹੁੰਦੇ ਆ, ਜਿਹੜੀ ਰੇਸ਼ੋ ਕੱਢੀ ਹੁੰਦੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜੀ ਇਹ ਕੰਪਾਊਂਡ ਗੇਅਰ ਟ੍ਰੇਨ ਵਾ ਅਸੀਂ ਇਹ ਬਣਾ ਲੈਂਦੇ ਆ। ਹੁਣ ਨੈਕਸਟ ਆ ਗਿਆ, ਅਸੀਂ ਜਿਹੜੀ ਲੇਥ ਦੇ ਉੱਪਰ ਵਾ ਉਹ ਥਰੈਡ ਕੱਟਦੇ ਆ, ਉਹ ਕੈਲਕੂਲੇਸ਼ਨ ਕਿਵੇਂ ਕਰਦੇ ਆ। ਆਮ ਤੌਰ ਤੇ ਕੀ ਹੁੰਦਾ ਆ ਕਿ ਅਸੀਂ ਜਿਹੜੀ ਹੈਗੀ ਆ ਸਾਡੇ ਕੋਲ ਨਾਰਟਨ ਗੇਅਰ ਬਾਕਸ ਉੱਪਰ ਲੱਗਾ ਆ ਹੁੰਦਾ। ਅੱਜ ਕੱਲ੍ਹ ਲੇਥ ਮਸ਼ੀਨਾਂ ਜਿੰਨੀਆਂ ਉੱਤੇ ਚਾਰਟ ਲੱਗਾ ਆ ਹੁੰਦਾ, ਉਸ ਚਾਰਟ ਨੂੰ ਪੜ੍ਹ ਕੇ ਅਸੀਂ ਜੋ ਉਹਦੇ 'ਤੇ ਦਿੱਤਾ ਹੋਇਆ ਉੱਥੇ ਉੱਥੇ ਅਸੀਂ ਲੀਵਰ ਲਗਾ ਕੇ ਅਸੀਂ ਜਿਹੜੀਆਂ ਗਰਾਰੀਆਂ ਉਹ
ਜਿਹੜੇ ਦੰਦੇ ਹੈਗੇ ਅਸੀਂ ਜਿਹੜੀ ਕੱਟਣੀ ਹੈਗੀ ਆ ਚੂੜੀ ਉਹ ਕੱਟ ਲੈਂਦੇ ਆ। ਹੁੰਦਾ ਕੀ ਆ ਕਿ ਉਹਦੇ ਤੇ ਅਸੀਂ ਪਹਿਲਾਂ ਹੀ ਜਦੋਂ ਬਣਿਆ ਆ ਉਹਦੇ ਤੇ ਚਾਰਟ ਤੇ ਉਹਦੇ ਨਾਲ ਸਾਡਾ ਟਾਈਮ ਬਚ ਜਾਂਦਾ ਆ, ਪਹਿਲਾਂ ਹੀ ਟਾਈਮ ਬਚ ਜਾਂਦਾ, ਅਸੀਂ ਸਿਰਫ ਲੀਵਰ ਦਬਾਉਣਾ ਹੁੰਦਾ। ਪਰ ਕਿਉਂਕਿ ਇਹ ਜ਼ਰੂਰੀ ਆ ਕਿ ਤੁਹਾਨੂੰ ਆਉਣਾ ਚਾਹੀਦਾ ਆ ਕਿ ਕਿਵੇਂ ਅਸੀਂ ਗੇਅਰ ਕੱਢਦੇ ਹੈਗੇ ਆ, ਇਹਦੀਆਂ ਗਰਾਰੀਆਂ ਕਿਵੇਂ ਕੱਢਦੇ ਹੈਗੇ ਆ, ਜਾਂ ਇਹਦਾ ਕੀ ਪ੍ਰਿੰਸੀਪਲ ਇਹਦਾ ਕੀ ਹੈਗਾ ਆ। ਸੋ ਉਸ ਲਈ ਜਿਹੜੀ ਆ ਇਹ ਕੈਲਕੂਲੇਸ਼ਨ ਜਿਹੜੀ ਆ ਉਹ ਮੈਂ ਸਮਝਾਉਣ ਲੱਗਾ ਤੁਹਾਨੂੰ। ਸੋ ਪ੍ਰਿੰਸੀਪਲ ਆਫ ਥਰੈਡ ਕਟਿੰਗ, ਪ੍ਰਿੰਸੀਪਲ ਕੀ ਆ ਥਰੈਡ ਕਟਿੰਗ ਦਾ। ਹੁਣ ਇਹਦੇ ਵਿੱਚ ਦਾ ਪ੍ਰਿੰਸੀਪਲ ਆਫ ਥਰੈਡ ਕਟਿੰਗ ਇਨਵੋਲਵ produce a uniform helical groove on an cylindrical while rotating the jaw at a constant speed and moving the tool longitudinal at a rate equal to the pitch of the thread per revolution of the job। ਸੋ ਇਹਦੇ ਵਿੱਚ ਕੀ ਕੀਤਾ ਜਾਂਦਾ ਆ ਕਿ ਅਸੀਂ ਜਿਹੜੀ ਆ ਇੱਕ ਸਾਰ ਜਿਹੜਾ ਗਰੂਵ ਅਸੀਂ ਹੈਲੀਕਲ ਕੱਟਣਾ ਹੈ, ਯਾਨੀ ਕਿ ਚੂੜੀ ਕੱਟਣੀ ਆ। ਉਹਦੇ ਵਾਸਤੇ ਕੀ ਕਰੀਦਾ, ਜਿਹੜੀ ਅਸੀਂ ਸਿਲੰਡਰੀਕਲ ਜੌਬ ਬੰਨੀ ਆ ਉਹਨੂੰ ਕੌਨਸਟੈਂਟ ਜਿਹੜੀ ਸਪੀਡ ਤੇ ਸਥਿਰ ਸਪੀਡ ਤੇ ਉਹਨੂੰ ਘੁਮਾਇਆ ਜਾਂਦਾ ਆ। ਤੇ ਜਿਹੜਾ ਟੂਲ ਆ ਸਾਡਾ ਲੌਂਗੀਟਿਊਡਨਲ ਉਹਨੂੰ ਫੀਡ ਦੇਣੀ ਆਪਾਂ, ਜਿਹੜੀ ਉਹਨੂੰ ਜਿਹੜਾ ਹੈਗਾ ਆ ਉਹ ਵੀ ਅਸੀਂ ਜਿਹੜੀ ਆ ਉਹ ਇੱਕ ਸਾਰ ਦੇਣੀ ਆ। ਸੋ ਉਹ ਕੀ ਹੋਏਗਾ, ਜਿੰਨੀ ਅਸੀਂ ਥਰੈਡ ਜਿਹੜੇ ਉਹਦੇ ਤੇ ਕੱਟਣੇ ਆ, ਜੌਬ ਸਾਡੀ ਦਾ ਯਾਨੀ ਕਿ ਸਪਿੰਡਲ ਦਾ ਚੱਕਰ ਆਉਂਦੇ ਆਉਂਦੇ ਜਿੰਨਾ ਟੂਲ ਅੱਗੇ ਲੌਂਗੀਟਿਊਡਨਲ ਚਲ ਗਿਆ ਉਹ, ਤੇ ਉਹ ਉਨੀਆਂ ਹੀ ਚੂੜੀਆਂ ਉਹ ਉੱਤੇ ਆ ਜਾਣਗੀਆਂ। ਸੋ ਉਨੀਆਂ ਚੂੜੀ ਜਿਹੜੀ ਆ ਉਹਦੀ ਪਿੱਚ ਉਹ ਬਣ ਜਾਏਗੀ, ਉਨੇ mm ਦੀ ਜਿਹੜੀ ਆ ਪਿੱਚ ਉਹਦੀ ਬਣ ਜਾਏਗੀ। ਹੁਣ ਇਹਦੇ ਵਿੱਚ ਮੈਂ ਦਿਖਾਇਆ ਗਿਆ ਆ ਕਿ ਸਿੱਧਾ ਗਰਾਰੀ ਆਪਾਂ ਗੀਅਰ ਕਿੱਦਾਂ ਲੈਨੇ, ਇਹ ਤੁਹਾਡੀ ਜੌਬ ਆ ਅਸੀਂ ਬੰਨੀ ਹੋਈ। ਸੋ ਇਹ ਇਹਦੇ ਪਿੱਛੇ ਆ ਜਿਹੜਾ ਤੁਹਾਡਾ ਸਪਿੰਡਲ ਵਾ ਉਹਦੇ, ਇਹ ਕਿਉਂਕਿ ਹੈਡ ਸਟੋਕ ਦੇ ਵਿੱਚ ਹੁੰਦਾ, ਇਹਦੇ ਪਿੱਛੇ ਗਰਾਰੀ ਲਾਈ ਹੋਈ ਆ ਅਸੀਂ, ਇਹਦੇ ਨਾਲ ਅਟੈਚ ਹੁੰਦੀ ਆ। ਇੱਥੇ ਜਿਹੜਾ ਲੀਡ ਸਕਰੀਊ ਦੀ ਜਿਹੜੀ ਆ ਸਿੱਧੀ ਗਰਾਰੀ ਦਿੱਤੀ ਆ, ਵਿਚਕਾਰ ਜਿਹੜਾ ਅਸੀਂ ਇੱਕ ਆਈਡਲ ਗੇਅਰ ਲਾਇਆ ਹੋਇਆ। ਸੋ ਇਹ ਕੀ ਹੁੰਦਾ, ਜਦੋਂ ਸਾਡੀ ਇਹ ਜੌਬ ਘੁੰਮਦੀ ਆ, ਜਦੋਂ ਇਹ ਜੌਬ ਸਾਡੀ ਜਿਹੜੀ ਆ ਉਹ ਘੁੰਮਣੀ ਆ ਤਾਂ ਸਾਡਾ ਜਿਹੜਾ, ਕਿਉਂਕਿ ਇਹ ਜਿਹੜੀ ਆ ਗੀਅਰ ਟ੍ਰੇਨ ਆ, ਇਹਦੇ ਥਰੂ ਸਾਡਾ ਲੀਡ ਸਕਰੀਊ ਵੀ ਘੁੰਮੇਗਾ। ਲੀਡ ਸਕਰੀਊ ਘੁੰਮੇਗਾ ਨਾਲ ਨਾਲ ਇਹ ਟੂਲ ਜਿਹੜਾ ਆ ਇਹ ਅੱਗੇ ਨੂੰ ਵੀ ਚੱਲੇਗਾ। ਸੋ ਟੂਲ ਅੱਗੇ ਨੂੰ ਚੱਲਦੇ ਚੱਲਦੇ ਜਿੱਦਾਂ ਹੀ ਸਾਡੀ ਇਹ ਜੌਬ ਜਿਹੜੀ ਆ ਇੱਕ ਚੱਕਰ ਲਾਊਗੀ, ਜਿੰਨਾ ਟੂਲ ਅੱਗੇ ਨੂੰ ਚੱਲ ਗਿਆ ਉਨੀ ਸਾਡਾ ਜਿਹੜਾ ਆ ਇਹ ਉਹਦੇ ਤੇ ਪਿੱਚ ਦੀ ਚੂੜੀ ਕੱਟ ਹੋ ਜਾਣੀ ਆ। ਸੋ ਇਹ ਤਰੀਕੇ ਦੇ ਨਾਲ ਇੱਥੇ ਗੇਅਰ ਟ੍ਰੇਨ ਅਸੀਂ ਲਾਉਂਦੇ ਆ। ਇਹ ਗੇਅਰ ਟ੍ਰੇਨ ਦਾ ਕੱਢਣ ਦਾ ਜਿਹੜਾ ਮੈਥਡ ਹੈਗਾ ਆ, ਉਹਦੇ ਵਿੱਚ ਅਸੀਂ ਕੀ ਕਰਦੇ ਹੈਗੇ ਆ। ਹੁਣ ਮੈਂ ਇੱਕ ਐਗਜ਼ਾਮਪਲ ਲਈ ਹੈਗੀ ਆ, ਥਰੈਡ ਟੂ ਵੀ ਕੱਟ ਔਨ ਜੌਬ 8। ਅਸੀਂ ਕਿੰਨੇ ਕੱਟਣੇ ਆ, ਜੌਬ ਤੇ ਥਰੈਡ ਕਿੰਨੇ ਕੱਟਣੇ, 8 TPI ਕੱਟਣੇ ਆ। 8 TPI 8 ਥਰੈਡ ਪਰ ਇੰਚ ਕੱਟਣੇ ਆ। ਸੋ ਇਹਦੀ ਪਿੱਚ ਕਿੰਨੀ ਹੋ ਗਈ, ਕਿਉਂਕਿ ਪਹਿਲਾਂ ਸਾਨੂੰ ਇਹਦੀ ਪਿੱਚ ਕੱਢਣੀ ਪਏਗੀ, ਕਿਉਂਕਿ ਜਿਹੜੀ ਇਹਦੀ ਕੱਢਣ ਦਾ ਫਾਰਮੂਲਾ ਹੈਗਾ ਆ ਉਹ ਹੈਗਾ ਡਰਾਈਵਰ ਬਟਾ ਡਰਿਵਨ, ਜਾਂ ਕੱਟੀ ਜਾਣ ਵਾਲੀ ਜੌਬ ਦੀ ਪਿੱਚ ਤੇ ਬਟਾ ਲੀਡ ਸਕਰੀਊ ਦੀ ਪਿੱਚ। ਸੋ ਇਸ ਕਰਕੇ ਸਾਨੂੰ ਇਹਦੀ ਪਹਿਲਾਂ ਪਿੱਚ ਅਸੀਂ ਕੱਢ ਲਵਾਂਗੇ, 8 TPI ਆ ਜੌਬ ਦੀ। ਸੋ ਇਹਦੀ ਜਿਹੜੀ ਪਿੱਚ ਬਣੀ ਆ ਉਹ 1/8 ਬਣ ਗਈ ਆ। ਇੱਦਾਂ ਹੀ ਜਿਹੜਾ ਤੁਹਾਡਾ ਲੀਡ ਸਕਰੀਊ ਆ ਉਹ 4 TPI ਦਾ, 4 TPI ਮੀਨਸ ਕਿ 4 ਥਰੈਡ ਪਰ ਇੰਚ ਆ। ਸੋ ਉਹਦੀ ਜਿਹੜੀ ਪਿੱਚ ਬਣ ਗਈ ਸਾਡੇ ਕੋਲ 1/4 ਆ ਗਈ। ਹੁਣ ਮੈਂ ਜਿਹੜੀ ਗੇਅਰ ਰੇਸ਼ੋ ਕੱਢਣ ਦਾ ਸਾਡੇ ਕੋਲ ਫਾਰਮੂਲਾ ਹੈ ਗੇਅਰ ਰੇਸ਼ੋ ਕੱਢਣ ਦਾ, ਉਹ ਹੈਗਾ ਗੀਅਰ ਰੇਸ਼ੋ ਆ ਡਰਾਈਵਰ ਬਟਾ ਡਰਿਵਨ, ਡਰਾਈਵਰ ਬਟਾ ਡਰਿਵਨ, ਜਾਂ ਮੈਂ ਕਹਿ ਸਕਦਾ ਪਿੱਚ ਆਫ ਦਾ ਜੌਬ ਤਾਂ ਅਬਲੀਕ, ਯਾਨੀ ਕਿ ਡਿਵਾਈਡ ਕਰਨਾ ਅਸੀਂ ਪਿੱਚ ਆਫ ਦਾ ਲੀਡ ਸਕਰੀਊ, ਪਿੱਚ ਆਫ ਦਾ ਲੀਡ ਸਕਰੀਊ। ਇਹਨੂੰ ਜਿਹੜੀ ਜੌਬ ਆ ਉਹਨੂੰ ਅਸੀਂ ਡਰਾਈਵਰ ਕਹਿ ਦਿੰਨੇ ਆ, ਤੇ ਜਿਹੜੀ ਸਾਡਾ ਲੀਡ ਸਕਰੀਊ ਆ ਉਹਨੂੰ ਅਸੀਂ ਡਰਿਵਨ ਕਹਿ ਦਿੰਨੇ ਆ। ਇਸ ਕਰਕੇ ਅਸੀਂ ਕੀ ਰੱਖਦੇ ਹੈਗੇ ਆ, ਡਰਾਈਵਰ ਓਵਰ ਡਰਿਵਨ। ਇਹਦੀ ਜਦੋਂ ਗੇਅਰ ਰੇਸ਼ੋ ਕੱਢਣੀ ਆ ਤਾਂ ਕਿੰਨੇ ਦੀਆਂ ਗਰਾਰੀਆਂ ਲਾਉਣੀਆਂ। ਹੁਣ ਇਹਦੇ ਵਿੱਚ ਕੀ ਆ, ਜਦੋਂ ਅਸੀਂ ਇਹ ਕੱਢਣਾ ਆ, ਹੁਣ ਇਹ ਫਾਰਮੂਲਾ ਮੈਂ ਲਾਇਆ ਤਾਂ ਮੇਰਾ ਕੀ ਆ ਗਿਆ, ਜਿਹੜੀ ਇਹਦੀ ਪਿੱਚ ਸੀਗੀ ਉੱਪਰ ਡਰਾਈਵਰ ਦੀ ਉਹ ਕਿੰਨਾ ਆ ਗਿਆ 1/8, ਤੇ ਬਟਾ ਜਿਹੜੀ ਹੈਗੀ ਆ ਪਿੱਚ ਆਫ ਲੀਡ ਸਕਰੀਊ ਇਹ ਕਿੰਨੀ ਆ ਗਈ 1/4। ਸੋ ਜਿਹੜੇ ਮੈਂ ਇੱਥੇ ਆ ਲਿਖੇ ਹੋਏ ਆ, ਸੋ ਇਹ ਫਿਰ ਕੀ ਹੋ ਗਿਆ, 8 ਥੱਲੇ ਆ ਗਏ 4 ਉੱਪਰ ਚਲ ਗਏ। ਇਹਦੇ ਨਾਲ ਕੀ ਹੋਇਆ, 8 ਥੱਲੇ ਆ ਗਏ 4 ਉੱਪਰ ਚਲ ਗਏ, ਤਾਂ ਇਹ ਬਣ ਗਿਆ 4/8। ਹੁਣ ਮੈਂ ਇਹਦੇ 'ਚ ਕਟਿੰਗ ਮਾਰ ਦਿੱਤੀ, ਇਹ ਆ ਗਿਆ ਮੇਰੇ ਕੋਲ 1/2। ਇਹ ਮੈਂ ਜਿਹੜੇ ਲਿਖੇ ਹੋਏ ਆ 1/2। ਸੋ ਇਹ ਮੇਰੇ ਕੋਲ ਰੇਸ਼ੋ ਜਿਹੜੀ ਆਈ ਆ ਹੁਣ ਇਹ 1/2 ਆ ਗਈ ਆ, 1/2 ਆਈ ਆ।
ਹੁਣ ਮੈਂ ਕੀ ਕਰਨਾ ਆ ਗੇਅਰ ਕੱਢਣ ਦੇ ਲਈ, ਕਿਉਂਕਿ ਨਾ ਤਾਂ ਇੱਕ ਦੰਦੇ ਦਾ ਹੁੰਦਾ ਆ ਸਾਡੇ ਕੋਲ ਗਰਾਰੀ, ਤਾਂ ਨਾ ਦੋ ਦੰਦਿਆਂ ਦੀ ਹੁੰਦੀ ਆ। ਸੋ ਅਸੀਂ ਕੀ ਕਰਨਾ, ਕਿਉਂਕਿ ਲੇਥ ਦੇ ਨਾਲ ਜਿਹੜੀਆਂ ਗਰਾਰੀਆਂ ਦਾ ਸੈੱਟ ਆਉਂਦਾ ਆ ਉਹ 20 ਤੋਂ ਲੈ ਕੇ 120 ਤੱਕ ਆਉਂਦੇ ਆ, 5-5 ਦੇ ਸਟੈਪ ਨਾਲ, ਜਿਵੇਂ 20 ਦਾ ਆ, 25 ਦਾ ਆ, 30 ਦਾ ਆ, 35 ਦਾ, ਇੱਦਾਂ ਗਰਾਰੀਆਂ ਦੇ ਸੈੱਟ ਆਉਂਦੇ ਆ। ਜਿਹੜੇ ਗਰਾਰੀਆਂ ਤੁਹਾਡੇ ਕੋਲ ਅਵੇਲੇਬਲ ਹੈਗੀਆਂ ਇਸ ਸੈੱਟ 'ਚੋਂ, ਉਸ ਸੈੱਟ ਦੇ ਅਨੁਸਾਰ ਅਸੀਂ ਜਿਹੜੀ ਆ ਇਹ ਕੈਲਕੂਲੇਸ਼ਨ ਇੱਥੋਂ ਉਹਦੀ ਬਣਾ ਲੈਣੀ ਆ। ਅਸੀਂ ਕੀ ਕਰਨਾ, ਉਨਿਆਂ ਨਾਲ ਹੀ ਉੱਪਰ ਮਲਟੀਪਲਾਈ ਕਰਨਾ, ਉਨਿਆਂ ਦੇ ਨਾਲ ਹੀ ਥੱਲੇ ਕਰਨਾ। ਮੇਰੇ ਕੋਲ ਕਿਉਂਕਿ 20 ਦਾ, ਮੈਂ ਤੁਹਾਨੂੰ ਦੱਸਿਆ 20 ਤੋਂ ਸਟਾਰਟ ਹੋ ਜਾਂਦੀ, ਫਿਰ ਮੈਂ 20 ਦਾ ਉੱਪਰ ਮਲਟੀਪਲਾਈ ਕਰ ਦਊਂਗਾ, 20 ਦਾ ਮੈਂ ਕੀ ਕਰੂੰਗਾ ਥੱਲੇ ਕਰੂੰਗਾ, ਤਾਂ ਮੇਰੇ ਕੋਲ ਕੀ ਆ ਜਾਊਗਾ 20/40। ਸੋ ਮੇਰੇ ਕੋਲ ਜਿਹੜਾ ਆ ਇਹ 20/40 ਆ ਗਿਆ। 20/40 ਆ ਗਿਆ ਤਾਂ ਫਿਰ ਕੀ ਕਰੂੰਗਾ ਮੈਂ ਹੁਣ ਇਹਦੇ 'ਚ ਮੈਂ ਜਿਹੜੇ ਹੈਗੇ ਆ 20 ਜਿਹੜੀ ਹੈਗੀ ਆ ਉੱਪਰ ਲਾ ਦਊਂਗਾ ਇੱਥੇ ਦੰਦੇ ਵਾਲੀ ਗਰਾਰੀ, ਤੇ 40 ਵਾਲੀ ਇੱਥੇ ਜਿਹੜੀ ਆ ਥੱਲੇ ਲਾ ਦਊਂਗਾ। ਵਿੱਚ ਆਈਡਲ ਗੇਅਰ ਕੋਈ ਵੀ ਲਾ ਦਊਂਗਾ, ਕਿਉਂਕਿ ਉਹਦਾ ਕੋਈ ਜਿਹੜਾ ਆ ਸਿਰਫ ਜੋੜਨਾ ਹੀ ਆ ਜਾਂ ਰੋਟੇਸ਼ਨ ਹੀ ਚੇਂਜ ਕਰਨੀ ਆ। ਸੋ ਇਸ ਤਰੀਕੇ ਦੇ ਨਾਲ ਮੇਰੇ ਕੋਲ ਇੱਕ ਸੈੱਟ ਨਿਕਲ ਗਿਆ 20/25। ਸੋ ਇਸੇ ਤਰੀਕੇ ਨਾਲ ਅਗਰ ਨਹੀਂ ਹੈਗਾ ਤੁਹਾਡੇ ਕੋਲ 20 ਵਾਲੀ ਹੈ ਨਹੀਂ, ਕਿਉਂਕਿ ਰੇਸ਼ੋ ਸਾਡੇ ਕੋਲ ਕਿੰਨੀ ਆਈ ਆ 1/2, ਤਾਂ ਮੈਂ 1/2 ਨੂੰ 25 ਦੇ ਕਰ ਦਊਂਗਾ। ਅੱਗੇ ਕਿੰਨਾ ਮੇਰੇ ਕੋਲ ਆ ਜਾਊਗਾ, ਥੱਲੇ ਵੀ 25 ਨਾਲ ਮੇਰੇ ਕੋਲ ਆ ਜਾਊਗਾ 25/50। ਮੈਂ ਉੱਪਰ 25 ਦੀ ਲਾ ਸਕਦਾ ਆ, ਥੱਲੇ 50 ਦੀ ਲਾ ਸਕਦਾ। ਇਹ ਵੀ ਗਰਾਰੀ ਚੱਲ ਸਕਦੀ ਆ। ਇਸੇ ਤਰੀਕੇ ਦੇ ਨਾਲ ਮੈਂ ਅੱਗੇ ਜਿਹੜਾ ਹੈਗਾ ਆ 30 ਨਾਲ ਕਰ ਲਊਂਗਾ, ਫਿਰ ਉੱਪਰ ਕੀ ਹੋਏਗਾ ਮੇਰੇ ਕੋਲ 30 ਆ ਜਾਏਗਾ, ਥੱਲੇ 30 ਦੂਣਾ 60 ਆ ਜਾਏਗਾ। ਸੋ ਇਸ ਤਰੀਕੇ ਦੇ ਨਾਲ ਜਿਹੜੇ ਵੀ ਮੇਰੇ ਕੋਲ ਗਰਾਰੀਆਂ ਹੈਗੀਆਂ ਉਹ ਮੈਂ ਕੱਢ ਸਕਦਾ। ਤਾਂ ਇੱਥੇ ਮੈਂ ਇਹ ਜਿਹੜੇ ਆ ਉਹ ਗੀਅਰ ਜਿਹੜੇ ਆ ਉਹ ਲਾ ਦਊਂਗਾ, ਤਾਂ ਮੇਰੀ ਜਿਹੜੀ ਆ ਇਹ ਮਸ਼ੀਨ ਜਿਹੜੀ ਆ ਉਹ ਤਿਆਰ ਹੋ ਜਾਏਗੀ ਗੇਅਰ ਕੱਟਣ ਦੇ, ਇਹਦੇ ਲਈ ਚੂੜੀ ਕੱਟਣ ਦੇ ਲਈ 8 ਦੀ ਜਿਹੜੀ ਹੈਗੀ ਆ ਪਿੱਚ ਦੀ, ਉਹ ਜਿਹੜਾ 8 ਥਰੈਡ ਪਰ ਇੰਚ ਉਹ ਇਹ ਕੱਟ ਦੇਗੀ। ਸੋ ਨੈਕਸਟ ਜਿਹੜਾ ਹੈਗਾ, ਫਾਈਂਡ ਦਾ ਚੇਂਜ ਗੀਅਰ ਰਿਕੁਆਇਰਡ ਟੂ ਕੱਟ 12 TPI ਔਨ ਜੋਬ ਇਨ ਏ ਲੇਥ ਹੈਵਿੰਗ ਏ ਲੀਡ ਸਕਰੀਓ ਆਫ 4 TPI। ਹੁਣ ਅਗਲਾ ਮੈਂ ਲਿਆ ਆ ਕਿ ਅਸੀਂ ਜਿਹੜੀ ਜੋਬ ਤੇ ਕੱਟਣੀ ਉਹ 12 TPI ਦੀ ਕੱਟਣੀ ਆ, ਤਾਂ ਜਿਹੜਾ ਲੀਡ ਸਕਰੀਓ ਆ ਮੇਰੇ ਕੋਲ ਉਹ 4 TPI ਦਾ। ਫਿਰ ਇਹ ਉਸੇ ਤਰ੍ਹਾਂ ਆ ਪਿਚ ਆਫ ਦੀ ਜੋਬ, ਜਿਵੇਂ ਮੈਂ ਦੱਸਿਆ ਹੀ ਸੀਗਾ, ਤਾਂ ਬੜਾ ਪਿਚ ਆਫ ਦੀ ਲੀਡ ਸਕਰੀਓ, ਯਾਨੀ ਕਿ ਡਰਾਈਵਰ ਓਵਰ ਡਰਿਵਨ। ਸੋ ਡਰਾਈਵਰ ਓਵਰ ਡਰਿਵਨ ਦਾ ਇੱਥੇ ਹੁਣ ਕੀ ਆ, ਜਿਹੜੀ ਉਹ ਹੈਗਾ 12 TPI ਦਾ। ਸੋ ਮੈਂ ਕੀ ਕਰੂੰਗਾ, ਕਿਉਂਕਿ ਪਿੱਚ ਲਿਖਣੀ ਆ ਮੈਂ 1/12 ਹੋ ਗਈ ਪਿੱਚ। ਇਸੇ ਤਰ੍ਹਾਂ 4 ਦਾ ਆ ਤਾਂ 1/4 ਹੋ ਗਈ, ਥੱਲੇ ਇੱਕ ਪਿੱਚ 1/4 ਆ ਗਈ। ਸੋ ਇਹ ਕਟਿੰਗ ਕਰਕੇ ਮੇਰਾ ਜਿਹੜਾ ਹੈਗਾ ਆ ਇਹ 4 ਉੱਪਰ ਚਲ ਗਏ, 12 ਥੱਲੇ ਆ ਗਏ, 4/12 ਆ ਗਏ। ਇਹਨੂੰ ਜਦੋਂ ਮੈਂ ਕਟਿੰਗ ਕੀਤਾ 1/3 ਆ ਗਏ। ਫਿਰ ਉਹੀ ਮੈਥਡ ਮੈਂ ਇਹਨੂੰ ਰੇਸ਼ੋ ਨੂੰ ਬਣਾਉਣੀ ਆ। ਸੋ 1/3 ਨੂੰ ਉੱਪਰ ਵੀ ਓਨਿਆਂ ਨਾਲ ਕਰੂੰਗਾ, ਥੱਲੇ ਵੀ ਓਨਿਆਂ ਨਾਲ ਕਰੂੰਗਾ, ਮੇਰੇ ਕੋਲ 25/75 ਦੀ ਆ ਗਈ। ਜੇ ਮੈਂ 30 ਨਾਲ ਕਰੂੰਗਾ ਤੇ ਮੇਰੇ ਕੋਲ ਕੀ ਆ ਜਾਊਗੀ, ਫਿਰ ਉੱਪਰ ਵੀ 30 ਆ ਜਾਊਗੀ, ਥੱਲੇ 90 ਦੀ ਆ ਜਾਊਗੀ। ਸੋ ਇਸੇ ਤਰੀਕੇ ਨਾਲ ਮੈਂ ਜੇ 40 ਨਾਲ ਕਰੂੰਗਾ, ਉੱਪਰ ਮੇਰੇ ਕੋਲ 40 ਆ ਜਾਊਗਾ, ਥੱਲੇ 120 ਦੀ ਗਰਾਰੀ ਆ ਜਾਊਗੀ। ਸੋ ਇਹਨਾਂ 'ਚੋਂ ਜਿਹੜਾ ਮਰਜ਼ੀ ਮੈਂ ਸੈੱਟ ਜਿਹੜਾ ਯੂਜ਼ ਕਰਕੇ ਇਹ ਜਿਹੜੀ ਆ ਮੈਂ ਕਟਿੰਗ ਕਰ ਸਕਦਾ। ਇਹ ਸੀਗਾ ਕਿ ਅਸੀਂ ਜੇ 12 TPI ਦਾ ਅਸੀਂ ਕੱਟਣੀ ਆ ਚੂੜੀ ਲੇਥ ਦੇ ਉੱਪਰ, ਜਿਸ ਲੇਥ ਦਾ ਲੀਡ ਸਕਰੀ ਹੋਏਗਾ 4 TPI ਦਾ। ਸੋ ਨੈਕਸਟ ਮੈਂ ਇੱਕ ਐਗਜ਼ਾਮਪਲ ਜਿਹੜੀ ਲਈ ਆ, ਕਿਉਂਕਿ ਇਹ ਸਾਰੀਆਂ ਦੀ ਸਾਰੀਆਂ ਸਿੰਪਲ ਗੇਅਰ ਟ੍ਰੇਨਾਂ ਹੈਗੀਆਂ। ਸੋ ਅਗਲਾ ਮੈਂ ਜਿਹੜੀ ਹੈਗੀ ਆ ਲਈ ਹੈਗੀ ਆ ਉਹ ਵੀ ਇੱਕ, ਕਿਉਂਕਿ ਇਹ TPI ਦੇ ਵਿੱਚ ਸੀ, ਅੱਗੇ MM 'ਚ ਸਿੱਧੀ ਲੀਡ ਵਾ। ਸੋ ਉਸ ਦੇ ਹਾਲਤ ਜੀ ਮੈਂ ਦੱਸਿਆ ਤੁਹਾਨੂੰ, ਉੱਪਰ ਅਸੀਂ ਕੀ ਕਰਾਂਗੇ ਲੀਡ ਆਫ ਦਾ ਲੀਡ ਸਕਰੀਓ ਜਾਂ ਲੀਡ ਆਫ ਦਾ ਵਰਕ, ਤੇ ਥੱਲੇ ਲੀਡ ਆਫ ਦਾ ਲੀਡ ਸਕਰੀਓ, ਯਾਨੀ ਕਿ ਫਾਈਂਡ ਦਾ ਚੇਂਜ ਗੀਅਰ ਰਿਕੁਆਇਰਡ ਟੂ ਕੱਟ 2.5 mm ਪਿਚ ਔਨ ਜੋਬ ਇਨ ਏ ਲੇਥ ਹੈਵਿੰਗ ਏ ਲੇਥ ਸਕਰੀਓ ਆਫ 5 mm ਪਿਚ। ਸੋ ਅਸੀਂ ਉਹ ਜੋਬ ਇੱਥੇ ਕਟਿੰਗ ਕਰਨੀ ਆ ਜੇ ਲੀਡ ਸਕਰੀਓ ਦੀ ਪਿਚ 5 mm ਆ, ਤੇ ਜਿਹੜੀ ਅਸੀਂ ਜੋਬ ਕੱਟਣੀ ਆ ਉਹਦੀ ਪਿਚ ਜਿਹੜੀ ਆ 2.5 mm ਹੋਣੀ ਚਾਹੀਦੀ ਆ। ਸੋ ਉਹਦੇ ਵਾਸਤੇ ਸਾਨੂੰ ਕੀ ਆ, ਲੀਡ ਆਫ ਦਾ ਵਰਕ ਓਵਰ ਲੀਡ ਆਫ ਦਾ ਲੀਡ ਸਕਰੀਓ। ਅਸੀਂ ਜਿਹੜੀ ਆ ਲੀਡ ਆਫ ਦਾ ਲੀਡ ਸਕਰੀਓ ਜਿੰਨੀ ਹੈਗੀ ਆ, ਪਿਚ ਵੀ ਲਿਖ ਸਕਦੇ ਆ, ਲੀਡ ਵੀ ਲਿਖ ਸਕਦੇ ਆ, ਕਿਉਂਕਿ ਪਿਚ ਤੇ ਲੀਡ ਦਾ ਉੱਥੇ ਡਿਫਰੈਂਸ ਪੈਂਦਾ ਜਿੱਥੇ ਮਲਟੀ ਸਟਾਰ ਥਰੈਡ ਹੁੰਦੇ ਆ। ਅਸੀਂ ਜਦੋਂ ਵੀ ਲੈਂਦੇ ਆ ਵੈਸੇ ਲੀਡ ਦੇ ਲਈ ਕੈਲਕੂਲੇਸ਼ਨ ਲੈਂਦੇ ਆ, ਲੇਕਿਨ ਅਸੀਂ ਪਿਚ ਲਿਖ ਦਿੰਦੇ ਆ ਕਿਉਂਕਿ ਸਿੰਗਲ ਸਟਾਰ ਦੀ ਪਿਚ ਵੀ ਓਨੀ ਹੁੰਦੀ ਆ ਤੇ ਲੀਡ ਵੀ ਓਨੀ ਹੁੰਦੀ ਆ। ਸੋ ਇਸ ਤਰੀਕੇ ਦੇ ਨਾਲ ਮੇਰੀ ਇਹ ਆ ਗਿਆ ਲੀਡ ਆਫ ਦਾ ਵਰਕ 2.5 ਆ ਗਈ, ਤਾਂ ਜਿਹੜੀ ਹੈਗੀ ਆ ਲੀਡ ਸਕਰੀਓ ਦੇ ਉਹ 5 ਆ ਗਈ। ਸੋ ਇਹ ਮੇਰੇ ਕੋਲ ਆ ਗਿਆ 2.5/5। ਸੋ ਇਹਨੂੰ ਮੈਂ ਉੱਪਰ ਵੀ 20 ਨਾਲ ਕਰ ਦਿੱਤਾ, ਥੱਲੇ ਵੀ 20 ਨਾਲ ਕਰ ਦਿੱਤਾ, ਤਾਂ ਇਹ ਮੇਰੇ ਕੋਲ ਆ ਗਿਆ 50/100। ਸੋ ਇਸ ਤਰੀਕੇ ਦੇ ਨਾਲ ਜਿਹੜੇ ਆ ਇਹ ਮੈਂ ਗੇਅਰ ਜਿਹੜੇ ਮੇਰੇ ਕੋਲ ਆ ਗਏ, ਡਰਾਈਵਰ ਆ ਗਿਆ ਮੇਰੇ ਕੋਲ 50 ਦਾ, ਤਾਂ ਡਰਿਵਨ ਆ ਗਿਆ
100 ਦਾ। ਸੋ ਇਸ ਤਰੀਕੇ ਦਾ ਮੈਂ ਉੱਪਰ 50 ਦੀ ਗਰਾਰੀ ਲਾ ਦਊਂਗਾ, ਥੱਲੇ ਜਿਹੜੀ ਆ ਉਹ 100 ਦੀ ਲਾ ਦਊਂਗਾ। ਇਸ ਤਰੀਕੇ ਨਾਲ ਮੇਰੀ ਇਹ ਜਿਹੜੀ ਆ ਪਿੱਚ ਜਿਹੜੀ ਆ 2.5 ਦੀ mm ਦੀ ਕੱਟੀ ਜਾਏਗੀ। ਹੁਣ ਨੈਕਸਟ, ਕਿਉਂਕਿ ਪਿਛਲੀ ਜਿਹੜੀਆਂ ਇਹ ਸਾਰੀਆਂ ਮੈਂ ਤੁਹਾਨੂੰ ਸਿੰਪਲ ਗੇਅਰ ਟ੍ਰੇਨ ਦੱਸੀਆਂ, ਹੁਣ ਆ ਗਈਆਂ ਕੰਪਾਊਂਡ ਗੇਅਰ ਟ੍ਰੇਨ। ਇੱਕ ਕੰਪਾਊਂਡ ਗੇਅਰ ਟ੍ਰੇਨ ਦੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਲਈ ਆ। ਕੈਲਕੂਲੇਟ ਦਾ ਚੇਂਜ ਗੇਅਰ ਰਿਕੁਆਇਰਡ ਟੂ ਕੱਟ ਐਨ ਆਇਲ ਗਰੂਪ ਹੈਵਿੰਗ 8 turns in 11 inches on lathe with a lead screw of 4 threads per inch। ਯਾਨੀ ਕਿ 8 ਟਰਨਾਂ ਆਉਂਦੀਆਂ 11 ਇੰਚਾਂ ਦੇ ਵਿੱਚ। ਆਪਾਂ ਜਿਹੜਾ ਹੈ ਨਾ ਆਇਲ ਗਰੂਪ ਕੱਟੀ ਦਾ, ਆਇਲ ਗਰੂਪ ਕਿਸੇ ਸ਼ਾਪ ਤੇ ਜਾਂ ਕਈਆਂ ਜਗ੍ਹਾ ਤੇ ਸਾਨੂੰ ਕੱਟਣਾ ਪੈਂਦਾ ਆ, ਤੇ ਉਹਦੇ ਵਿੱਚ ਕੀ ਆ, ਉਹ ਕਹਿੰਦਾ 11 ਇੰਚ ਉਹਨੂੰ ਅਸੀਂ ਜਿਹੜੀ ਲੰਬਾਈ ਆ ਨਾ, ਤਾਂ ਉੱਤੇ 8 ਟਰਨਾਂ ਆਈਆਂ ਆ ਉਸ ਆਇਲ ਗਰੂਪ ਦੀਆਂ। ਸੋ ਇਹਦਾ ਮਤਲਬ ਕੀ ਹੋ ਗਿਆ, ਉਹਦੀ ਜਿਹੜੀ ਹੈਗੀ ਆ ਆਪਾਂ ਕਹੀਏ ਵੀ ਉਹਦੀ ਲੀਡ ਹੈਗੀ ਆ, ਸੋ ਉਹ ਹੋ ਗਈ 11/8। 11 ਇੰਚਾਂ ਨੂੰ 8 ਦੇ ਅਸੀਂ ਡਿਵਾਈਡ ਕਰਨਾ ਆ, ਕਿਉਂਕਿ ਉਹਨੂੰ ਜਿਹੜੀਆਂ ਆ 11 ਇੰਚ ਦੇ ਵਿੱਚ 8 ਟਰਨਾ ਆ। ਸੋ ਇਹ ਮੇਰੇ ਕੋਲ ਜਿਹੜਾ ਆ 11/8 ਆ ਜਾਊਗਾ। ਅੱਗੇ ਹੈਗੇ TPI 4 ਥ੍ਰੈਡ ਪਰ ਇੰਚ ਵਾ। ਇਹਦਾ ਮਤਲਬ ਕੀ ਹੋ ਗਿਆ ਕਿ 1/4 ਆ ਗਏ। ਸੋ ਇਸ ਤਰੀਕੇ ਦੇ ਨਾਲ ਇਹ ਕੀ ਆ ਗਿਆ, 1/4 ਆ ਗਏ। ਉਹ 11/8 ਆ ਗਏ, ਇਹ 1/4 ਆ ਗਏ। ਸੋ ਇਸ ਤਰੀਕੇ ਦੇ ਨਾਲ ਮੈਂ ਇਹਨੂੰ ਜਿਹੜਾ ਇੱਥੇ ਭਰ ਦਿੱਤਾ, ਲਿਖ ਦਿੱਤਾ। ਫਿਰ ਇਹ ਕਰਕੇ ਜਿਹੜਾ ਆ 4 ਉੱਪਰ ਚਲ ਗਏ ਤੇ 8 ਥੱਲੇ ਆ ਗਏ, 11 ਵੀ ਉੱਪਰ ਹੀ ਰਹਿ ਗਏ। ਸੋ ਇਹ ਕੈਲਕੂਲੇਸ਼ਨ ਮੇਰੇ ਕੋਲ ਕਰਕੇ ਆ ਗਿਆ 44/8, 11 ਚੌਕ 44/8। ਸੋ ਇਸ ਨੂੰ ਹੁਣ ਮੈਂ ਕੀ ਕੀਤਾ, ਕਿਉਂਕਿ ਇਹ ਮੇਰੇ 5 ਦੇ ਸਟੈਪ ਨਾਲ ਤੁਹਾਨੂੰ ਦੱਸਿਆ ਗੇਅਰ ਹੁੰਦੇ ਆ, ਇਹ ਬਣਨੇ ਨਹੀਂ, ਹੁਣ ਗੇਅਰ ਬਣਨੇ ਨਹੀਂ। ਜਾਂ ਤਾਂ ਮੈਂ ਇਹਨੂੰ 10 ਨਾਲ ਕਰੂੰਗਾ ਤਾਂ 440 ਉੱਪਰ ਆ ਜਾਊਗਾ, 5 ਨਾਲ ਵੀ ਕਰੂੰਗਾ ਤਾਂ 220 ਉੱਪਰ ਆ ਜਾਊਗਾ, ਜਦੋਂ ਕਿ ਮੇਰੇ ਕੋਲ ਗਰਾਰੀ ਹੈ ਨਹੀਂ 220 ਦੀ। ਸੋ ਮੈਂ ਕੀ ਕਰੂੰਗਾ, ਇਹਨੂੰ ਸਪਲਿਟ ਕਰੂੰਗਾ, 2 ਹਿੱਸਿਆਂ ਦੇ ਵਿੱਚ ਬਣ ਦਊਂਗਾ। ਮੈਂ ਇਹਦੀ ਕੀ ਕੀਤਾ, 4 ਗੁਣਾ 11 ਪਾਤਾ। ਸੋ ਥੱਲੇ 2 ਗੁਣਾ 4, ਯਾਨੀ ਕਿ 2 ਚੌਕੇ 8 ਹੁੰਦੇ ਆ, 11 ਚੌਕ 44। ਮੈਂ ਇਹਨੂੰ 2 ਹਿੱਸੇ ਇਹਦੇ ਕਰ ਲਏ, ਸਪਲਿਟ ਕਰ ਦਿੱਤਾ ਇਹਨੂੰ। ਸੋ ਫਿਰ ਫਸਟ ਫਰੈਕਸ਼ਨ ਕੀ ਬਣੂਗੀ, ਮੇਰੇ ਕੋਲ ਇੱਕ ਜਿਹੜਾ 4/2 ਆਏ ਆ, ਇਹ ਆ ਗਏ 4/2। ਹੁਣ ਇਹਨੂੰ ਮੈਂ ਉਨਿਆਂ ਨਾਲ ਹੀ ਉੱਪਰ ਕਰੂੰਗਾ, ਉਨਿਆਂ ਨਾਲ ਹੀ ਥੱਲੇ। ਸੋ ਜਿੰਨਾ ਮਰਜ਼ੀ ਕਰ ਸਕਦੇ ਆ, ਜੋ ਤੁਹਾਡੇ ਕੋਲ ਉਸ ਵੇਲੇ ਗੇਅਰ ਹੈਗੇ ਆ। ਇੱਥੇ ਮੈਂ ਜਿਹੜਾ ਆ 15 ਨਾਲ ਉੱਪਰ ਕਰ ਦਿੱਤਾ, 15 ਨਾਲ ਥੱਲੇ ਕਰ ਦਿੱਤਾ। ਸੋ ਮੇਰੇ ਕੋਲ ਕੀ ਆ ਗਿਆ, ਉੱਪਰ ਆ ਗਏ 15 ਚੌਕੇ 60 ਤੇ ਥੱਲੇ ਆ ਗਏ 15 ਦੂਣਾ 30। 15 ਚੌਕੇ 60 ਤੇ 15 ਦੂਣਾ 30 ਆ ਗਏ। ਇਹ ਮੇਰੇ ਕੋਲ 60-30 ਦੀ ਇੱਕ ਆ ਗਈ। ਦੂਸਰੀ ਜਿਹੜੀ ਆ ਮੈਂ ਇਹਦੇ 'ਚ ਸਪਲਿਟ ਕੀਤਾ ਸੀਗਾ ਜਿਹੜਾ ਇਹਨੂੰ, ਇਹ ਸੀਗਾ ਮੇਰੇ ਕੋਲ 11/4। ਸੋ ਜਿਹੜੇ 11/4 ਹੈਗੇ ਆ, ਇਹ ਜਿਹੜਾ 11/4 ਆਏ ਆ, ਇਹਨੂੰ ਮੈਂ ਕੀ ਕਰੂੰਗਾ, ਓਨਿਆਂ ਨਾਲ ਹੀ ਉੱਪਰ, ਓਨਿਆਂ ਨਾਲ ਹੀ ਥੱਲੇ। ਇੱਥੇ ਮੈਂ 10 ਨਾਲ ਮਲਟੀਪਲਾਈ ਕਰ ਦਿੱਤਾ, ਕਿਉਂਕਿ 10 ਤੋਂ ਵੱਧ ਕਰੂੰਗਾ ਮੇਰੀ ਜਿਹੜੀ ਆ ਉਹ 120 ਤੋਂ ਉੱਪਰ ਚੱਲ ਜਾਊਗਾ, ਉਹ ਹੁੰਦੀ ਨਹੀਂ ਗੀ। ਸੋ 10 ਨਾਲ ਥੱਲਿਆਂ ਕਰ ਦਿੱਤਾ। ਸੋ ਇਹ ਮੇਰੇ ਕੋਲ ਕੀ ਆ ਗਿਆ, ਕਰਕੇ ਆ ਗਿਆ 110/40। ਤੇ ਦੂਸਰਾ ਜਿਹੜਾ ਮੇਰੇ ਕੋਲ ਸੈੱਟ ਨਿਕਲ ਗਿਆ ਇਹਦਾ, ਇਹ ਆ ਗਿਆ 110/40। ਇਹ 110/40 ਆ ਗਿਆ। ਸੋ ਪਹਿਲਾ ਸੈੱਟ ਇਹ ਨਿਕਲ ਗਿਆ ਜਿਹੜਾ, ਦੂਸਰਾ ਸੈੱਟ ਇਹ ਆ ਗਿਆ। ਹੁਣ ਇਹ ਆ ਗਿਆ 2, ਦੇਖੋ ਡਰਾਈਵਰ ਹੋ ਗਏ, ਇਹਦੇ 'ਚ 2 ਡਰਾਈਵਰ ਹੋ ਗਏ। ਹੁਣ ਇਹ ਲਾਉਣੇ ਕਿਵੇਂ ਆ ਆਪਾਂ, ਦੇਖੋ ਇਹ ਪਹਿਲਾ ਜਿਹੜਾ 60 ਆਇਆ ਨਾ, ਇਹ ਡਰਾਈਵਰ ਵਾ। ਇਹ ਮੇਰਾ ਡਰਾਈਵਰ ਜਿਹੜਾ ਇੱਥੇ ਲੱਗੇਗਾ 60 ਦੰਦਿਆਂ ਦਾ, ਇਸ ਗੀਅਰ ਦੇ ਉੱਪਰ ਲੱਗੇਗਾ। ਇਹ ਗੇਅਰ ਆ, ਇਹ 60 ਦੰਦਿਆਂ ਦਾ ਲੱਗੇਗਾ। ਫਿਰ ਥੱਲੇ ਆ ਗਿਆ 30, ਜਿਹੜਾ ਇਹਦੇ ਨਾਲ ਆ ਗਰਾਰੀ ਲੱਗੀ ਆ, ਇਹ ਮੇਰੀ ਜਿਹੜੀ ਹੈਗੀ ਆ ਡਰਾਈਵਰ ਵਾ, ਇਹਦੇ ਨਾਲ ਜੁੜੀ ਹੋਈ ਆ ਡਰਾਈਵਰ ਵਾ। ਸੋ ਇਹ 30 ਦੰਦਿਆਂ ਦੀ ਲੱਗੇਗਾ। ਅੱਗੇ 110 ਫਿਰ ਮੇਰਾ ਡਰਾਈਵਰ ਆਇਆ, ਉਹ ਮੈਂ ਕਿੱਥੇ ਲਾਉਂਗਾ, 110 ਇੱਥੇ ਲਾਉਂਗਾ, ਕਿਉਂਕਿ ਇਹ ਜਿਹੜੇ ਆ ਇੱਕੋ ਹੀ ਸਪਿੰਡਲ ਤੇ ਹੈਗੇ ਆ, ਇੱਕੋ ਸਟੱਡ ਤੇ ਹੈਗੇ, ਘੁੰਮਦੇ ਆ ਇਕੱਠੇ ਹੀ ਆ ਇਹ। ਜਾਨੀ ਕਿ ਜੇ ਇਹ ਘੁੰਮੇਗਾ ਤਾਂ ਇਹ ਘੁੰਮੇਗਾ, ਇਹ ਵੀ ਨਾਲ ਹੀ ਘੁੰਮਣਾ ਇਹਦੇ। ਸੋ ਇਹ ਡਰਾਈਵਰ ਹੋ ਗਿਆ, ਇਹ ਡਰਾਈਵਰ ਹੋ ਗਿਆ, ਇਹ ਇਹਦੇ ਨਾਲ ਹੀ ਘੁੰਮੇਗਾ। ਫਿਰ ਇਹ ਜਿਹੜਾ ਡਰਾਈਵਰ ਬਣ ਗਿਆ, ਯਾਨੀ ਕਿ ਇਹ 110 ਦੰਦਿਆਂ ਦਾ। ਇਹਦੇ ਨਾਲ ਕੀ ਹੋਏਗਾ, ਥੱਲੇ ਮੈਂ ਜਿਹੜੇ ਆ ਉਹ 40 ਦੰਦਿਆਂ ਦਾ ਲਾਵਾਂਗਾ ਇੱਥੇ। ਸੋ 40 ਦੰਦਿਆਂ ਦਾ ਲਾ ਕੇ ਇਹਦੇ ਨਾਲ ਕੀ ਹੋਏਗਾ, ਇਹ ਮੇਰੇ ਆ 40 ਦੰਦਿਆਂ ਨੂੰ ਘੁਮਾ ਦੇਗਾ। ਇਹਦੇ ਵਿੱਚ ਜਿਹੜਾ ਹੈਗਾ ਆ, ਅਸੀਂ ਇੱਥੇ ਕੋਈ ਆਈਡਲ ਗੇਅਰ ਨਹੀਂ ਫਿੱਟ ਕਰਨਾ, ਕਿਉਂਕਿ ਆਹ ਹੀ ਸਾਨੂੰ ਕੰਮ ਦੇ ਜਾਂਦੇ ਆ। ਸੋ ਇਸ ਤਰੀਕੇ ਨਾਲ ਮੇਰੀ ਜਿਹੜੀ ਆ ਇਹ ਕੰਪਾਊਂਡ ਗੇਅਰ ਇਹ ਬਣ ਜਾਂਦੀ ਆ। ਠੀਕ ਹੈ ਜੀ, ਥੈਂਕਸ ਬਹੁਤ ਬਹੁਤ।